1761 ਵਿੱਚ ਪਾਨੀਪਤ ਦੇ ਮੈਦਾਨ ਵਿੱਚ ਤੀਸਰੀ ਲੜਾਈ ਹੋਈ ਜਿਸ ਵਿੱਚ ਮਰਹਟਿਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇੱਕ ਅਬਦਾਲੀ 3-4 ਮਹੀਨੇ ਹਿੰਦੁਸਤਾਨ ਵਿੱਚ ਰਹਿ ਕੇ ਲੁੱਟ ਮਾਰ ਕਰਦਾ ਰਿਹਾ। ਇੱਕ ਦਿੱਲੀ ਦੇ ਨੇੜੇ ਡੇਰਾ ਲਗਾਇਆ ਜਿਸ ਵਿੱਚ 2200 ਕੁਆਰੀ ਤੇ ਨਵ ਵਿਆਹੀਆਂ ਲੜਕੀਆਂ ਸਨ ਜਿਨ੍ਹਾਂ ਦੀਆਂ ਚੀਖਾਂ ਤੇ ਤਰਲੇ ਦੇਸ਼ ਦੇ ਕਿਸੇ ਸੂਰਮੇ ਨੇ ਨਹੀਂ ਸੁਣੇ। 10 ਅਪ੍ਰੈਲ 1761 ਵੈਸਾਖੀ ਦੇ ਮੌਕੇ ਤੇ ਹਿੰਦੂਆਂ ਦੇ ਮੁਖੀਆਂ ਨੇ ਖਾਲਸੇ ਦੀ ਸ਼ਰਨ ਮੰਗੀ। ਇੱਕ ਜੱਸਾ ਸਿੰਘ ਅਹਲੂਵਾਲੀਆ ਤੇ ਕੁਝ ਹੋਰ ਸਰਦਾਰ ਸਿੱਧਾ ਗੋਇੰਦਵਾਲ ਪਤਨ ਤੇ ਜਾ ਪੁੱਜੇ। ਜਿਸ ਵੇਲੇ ਅਬਦਾਲੀ ਦਾ ਲਸ਼ਕਰ ਦਰਿਆ ਪਾਰ ਕਰ ਰਿਹਾ ਸੀ ਅਚਨਚੇਤ ਹਮਲਾ ਕਰ ਦਿੱਤਾ ਤੇ ਸਭ ਬੱਚੇ ਬੱਚੀਆਂ ਨੂੰ ਛੁਡਾ ਕੇ ਆਪਣੇ ਆਪਣੇ ਘਰ ਪਹੁੰਚਾ ਦਿੱਤਾ। ਬਹੁਤੇ ਪਰਿਵਾਰਾਂ ਨੇ ਉਹਨਾਂ ਨੂੰ ਸਵੀਕਾਰ ਨਹੀਂ ਕੀਤਾ ਤੇ ਉਹਨਾਂ ਨੇ ਸਿੱਖੀ ਨੂੰ ਆਪਣਾ ਲਿਆ ਤੇ ਖਾਲਸੇ ਦੀ ਸੇਵਾ ਕਰਨਾ ਹੀ ਬਿਹਤਰ ਸਮਝਿਆ। ਭਾਵੇਂ ਅਬਦਾਲੀ ਦਾ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਪਰ ਗੁਲਾਮ ਕੁੜੀਆਂ ਨੂੰ ਇੰਨੀ ਵੱਡੀ ਫੌਜ ਦੇ ਸਾਹਮਣੇ ਖੋਹ ਕੇ ਲੈ ਜਾਣਾ ਹੀ ਉਸਦਾ ਨਮੋਸ਼ੀ ਦਾ ਕਾਰਨ ਸੀ। ਉਸਨੇ ਸਿੱਖਾਂ ਨੂੰ ਮਿਟਾ ਦੇਣ ਦਾ ਫੈਸਲਾ ਕਰ ਲਿਆ। ਆਪਣੇ ਸੂਹੀਆਂ ਨੂੰ ਉਹ ਪੰਜਾਬ ਛੱਡ ਗਿਆ ਜਿਨ੍ਹਾਂ ਨੇ ਇੱਥੋਂ ਦੇ ਹਾਲਾਤਾਂ ਦੀ ਹਰ ਖਬਰ ਉਸ ਨੂੰ ਦਿੱਤੀ। ਸਿੱਖ ਪਿਛਲੇ 50 ਤੋਂ 55 ਸਾਲ ਤੋਂ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਕਰ ਰਹੇ ਸੀ ਪਰ ਫਿਰ ਵੀ ਉਹ ਚੜ੍ਹਦੀ ਕਲਾ ਵਿੱਚ ਰਹੇ ਤੇ ਅਕਾਲ ਪੁਰਖ ਦੀ ਖੇਡ ਸਮਝ ਕੇ ਸਹਿੰਦੇ ਰਹੇ, ਡੋਲੇ ਨਹੀਂ, ਥਿਰਕੇ ਨਹੀਂ। 1-2 ਮਹੀਨਿਆਂ ਬਾਅਦ ਮੁੜ ਆਪਣੇ ਟਿਕਾਣਿਆਂ ਤੇ ਆ ਗਏ। ਇਸ ਘਰ ਦੇ ਕਲੂਕਾਰੇ ਤੋਂ ਬਾਅਦ ਉਸੇ ਸਾਲ ਅੰਮ੍ਰਿਤਸਰ ਵਿੱਚ ਬੜਾ ਭਾਰੀ ਇਕੱਠ ਹੋਇਆ। ਨੌਜਵਾਨ ਬੱਚਿਆਂ ਨੇ ਪੂਰੇ ਦੇਸ਼ ਤੋਂ ਅੰਮ੍ਰਿਤਸਰ ਆ ਕੇ ਅੰਮ੍ਰਿਤਪਾਨ ਕੀਤਾ ਤੇ ਪੰਥ ਦੀ ਮੁਖਤਾਰਾਂ ਨਾਲ ਜੁੜ ਗਏ। ਮੁੜ ਸਰੋਵਰ ਦੀ ਖੁਦਾਈ ਹੋਈ ਤੇ ਸ੍ਰੀ ਅੰਮ੍ਰਿਤਸਰ ਨੂੰ ਵੀ ਮੁੜ ਉਸਾਰਿਆ ਗਿਆ। ਵੱਡਾ ਕਲੂਕਾਰਾ ਇਸ ਦਿਨ ਤਕਰੀਬਨ 30,000 ਸਿੰਘ ਬੱਚਿਆਂ ਤੇ ਬਜ਼ੁਰਗ ਕਤਲ ਕਰ ਦਿੱਤੇ ਗਏ। 14 ਜਨਵਰੀ 1761 ਈਸਵੀ ਨੂੰ ਅਹਿਮਦ ਸ਼ਾਹ ਅਬਦਾਲੀ ਪਾਨੀਪਤ ਦੀ ਤੀਜੀ ਲੜਾਈ ਬਹਾਦਰ ਕੌਮ ਮਰਹਟਿਆਂ ਨੂੰ ਕਰਾਰੀ ਹਾਰ ਦਿੱਤੀ ਜਿਸ ਕਰਕੇ ਉਸਦਾ ਹੌਂਸਲਾ ਬਹੁਤ ਵੱਧ ਗਿਆ। ਕੁਝ ਉਸਨੂੰ 20 ਸਾਲ ਦੀ ਚੜ੍ਹਦੀ ਉਮਰ ਵਿੱਚ ਕਾਬੁਲ ਦੀ ਬਾਦਸ਼ਾਹੀ ਵੀ ਮਿਲ ਗਈ। ਹੁਣ ਉਸਨੇ ਆਪਣਾ ਧਿਆਨ ਸਿੱਖਾਂ ਵੱਲ ਮੋੜਿਆ ਜੋ ਦਲ ਖਾਲਸਾ ਦੀ ਸਥਾਪਤੀ ਮਗਰੋਂ ਦਿਨ ਸ਼ਕਤੀਸ਼ਾਲੀ ਹੁੰਦੇ ਜਾ ਰਹੇ ਸੀ। ਵੈਸੇ ਵੀ ਸਿੱਖਾਂ ਨੇ ਉਸਨੂੰ ਪਹਿਲੇ 5 ਹਮਲਿਆਂ ਵਿੱਚ ਬਹੁਤ ਪਰੇਸ਼ਾਨ ਕਰ ਰੱਖਿਆ ਸੀ। ਕਾਬਲ ਤੋਂ ਆਉਂਦਿਆਂ ਜਾਂਦਿਆਂ ਸਿੱਖਾਂ ਦੇ ਦਸਤੇ ਉਸ ਤੇ ਹਮਲੇ ਕਰਦੇ ਤੇ ਉਹਨਾਂ ਦਾ ਮਾਲ ਅਸਬਾਬ ਖੋਹ ਕੇ ਤਿੱਤਰ ਬਿੱਤਰ ਹੋ ਜਾਇਆ ਕਰਦੇ। ਜਦੋਂ ਅਬਦਾਲੀ ਦਿੱਲੀ, ਕਰਨਾਲ, ਪਾਨੀਪਤ, ਮਥੁਰਾ, ਆਗਰਾ ਤੋਂ ਸੋਨਾ ਚਾਂਦੀ, ਅੰਨ ਧਨ, ਧੀਆਂ ਭੈਣਾਂ ਨੂੰ ਲੁੱਟ ਕੇ ਲੈ ਜਾਂਦਾ ਤਾਂ ਹਿੰਦੂ ਲੋਕੀ ਹੱਥ ਬੰਨ੍ਹ ਕੇ ਮੂਰਤੀਆਂ ਅੱਗੇ ਆਰਤੀ ਕਰਦੇ ਰਹਿ ਜਾਂਦੇ ਤੇ ਉਧਰ ਗਜਨੀ ਦੇ ਬਾਜ਼ਾਰਾਂ ਵਿੱਚ ਧਿਆਨ ਭੈਣਾਂ ਦਾ ਮੁੱਲ ਪੈ ਜਾਂਦਾ। ਲੋਕਾਂ ਦਾ ਮਨੋਬਲ ਇੱਥੋਂ ਤੱਕ ਗਿਰ ਚੁੱਕਾ ਸੀ ਕਿ ਕਹਾਵਤ ਬਣ ਗਈ ਸੀ, ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ। ਅਬਦਾਲੀ ਨੇ ਹਿੰਦੁਸਤਾਨ ਤੇ 10 ਹਮਲੇ ਕੀਤੇ। ਉਸਦਾ 6ਵਾਂ ਹਮਲਾ ਸੀ। ਹੁਣ ਅਬਦਾਲੀ ਸਿੱਖਾਂ ਨੂੰ ਉਹ ਸਬਕ ਸਿਖਾਉਣਾ ਚਾਹੁੰਦਾ ਸੀ ਕਿ ਮੁੜ ਕੇ ਸਿੱਖ ਪੰਜਾਬ ਵਿੱਚ ਆਪਣਾ ਸਿਰ ਨਾ ਚੁੱਕ ਸਕਣ। ਇਸ ਮਕਸਦ ਲਈ 1761 ਵਿੱਚ ਪੰਜਾਬ ਦੇ ਮਹੱਤਵਪੂਰਨ ਤੇ ਭਰੋਸੇਯੋਗ ਅਫਗਾਨ ਫੌਜਦਾਰਾਂ ਨੂੰ ਨਿਯੁਕਤ ਕੀਤਾ। ਸਰਹੰਦ ਵਿੱਚ ਜਰਨੈਲ ਜੈਨ ਖਾਨ, ਜਲੰਧਰ ਦੁਆਬ ਵਿੱਚ ਸਾਦਾਤ ਯਾਰ ਖਾਨ ਅਤੇ ਸਦੀਕ ਖਾਂ ਅਫਰੀਦੀ ਤੇ ਲਾਹੌਰ ਵਿੱਚ ਉਬੈਦ ਖਾਂ ਤੇ ਆਦੇਸ਼ ਦਿੱਤਾ ਕਿ ਜਿੱਥੇ ਵੀ ਕੋਈ ਸਿੱਖ ਨਜ਼ਰ ਆਵੇ ਉਸਨੂੰ ਕਤਲ ਕਰ ਦਿੱਤਾ ਜਾਵੇ। ਆਪ ਉਹ ਕਾਬਲ ਪਰਤ ਗਿਆ। ਇਹ ਸਾਰੇ ਜਰਨੈਲ ਰਲ ਕੇ ਵੀ ਸਿੱਖਾਂ ਦੀ ਵੱਧਦੀ ਤਾਕਤ ਨੂੰ ਰੋਕ ਨਾ ਪਾਏ। ਅਹਿਮਦ ਸ਼ਾਹ ਨੇ ਨੂਰਉਦੀਨ ਨੂੰ ਸਿੱਖਾਂ ਨਾਲ ਮੁਕਾਬਲਾ ਕਰਨ ਲਈ ਭੇਜਿਆ। ਚੜ੍ਹਤ ਸਿੰਘ ਨੇ ਉਸਨੂੰ ਮਾਰ ਕੇ ਨਸਾ ਦਿੱਤਾ। ਲਾਹੌਰ ਦਾ ਗਵਰਨਰ ਵੀ ਡਰ ਕੇ ਨਸ ਗਿਆ। ਸਿੱਖਾਂ ਨੇ ਸਰਦਾਰ ਜੱਸਾ ਸਿੰਘ ਦੀ ਅਗਵਾਈ ਹੇਠ ਲਾਹੌਰ ਤੇ ਕਬਜ਼ਾ ਕਰ ਲਿਆ। ਦੇਗ ਤੇਗ ਫਤਿਹ, ਨੁਸਰਤ ਬੇਦਰੰਗ ਯਾਫਤ ਅਜ ਨਾਨਕ ਗੋਬਿੰਦ ਨਾਮ ਦਾ ਸਿੱਕਾ ਚਲਾਇਆ। ਅਹਿਮਦ ਸ਼ਾਹ ਅਬਦਾਲੀ ਨੂੰ ਖਬਰ ਕਰਨ ਤੇ ਸ਼ਹਿ ਦੇਣ ਦੀ ਨੀਅਤ ਨਾਲ ਅਕਲਦਾਸ ਨਿਰੰਜਨੀਏ ਨੇ ਉਸਦੇ ਨਾਂ ਦਾ ਸਿੱਕਾ ਕਢਵਾ ਕੇ ਉਸਨੂੰ ਭੇਜਿਆ। ਜਦ ਦਰ ਜਹਾਨ ਬਫਜਲੇ ਅਕਾਲ ਮੁਲਕ ਅਹਮਦ ਗ੍ਰਿਫਤ ਜਸਾ ਕਲਾਲ। ਅਬਦਾਲੀ ਖੁਸ਼ ਹੋ ਗਿਆ ਤੇ ਸਿੱਖਾਂ ਨੂੰ ਮਾਰ ਮੁਕਾਉਣ ਦੀਆਂ ਤਿਆਰੀਆਂ ਕਰਨ ਲੱਗਾ। 27 ਅਕਤੂਬਰ 1761 ਦੀ ਦੀਵਾਲੀ ਸਿੱਖ ਸੰਗਤ ਨੇ ਧੂਮ-ਧਾਮ ਨਾਲ ਮਨਾਈ। ਅੰਮ੍ਰਿਤਸਰ ਵਿੱਚ ਸਰਦਾਰ ਜੱਸਾ ਸਿੰਘ ਅਹਲੂਵਾਲੀਆ ਦੀ ਪ੍ਰਧਾਨਗੀ ਵਿੱਚ ਮੀਟਿੰਗ ਹੋਈ।
ਗੁਰਮਤਿ ਪਾਸ ਹੋਏ ਇੱਕ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕਈ ਵਿਚਾਰਾਂ ਹੋਈਆਂ। ਮੁਖਬਰਾਂ ਨੂੰ ਸੋਧਣ ਲਈ ਮਤੇ ਪਾਸ ਹੋਏ। ਇੱਕ ਸਭ ਤੋਂ ਵੱਡਾ ਮੁਖਬਰ ਜੰਡਿਆਲੇ ਦਾ ਅਕਲ ਦਾਸ ਨਿਰੰਜਨੀ ਸੀ। ਇੱਕ ਉਸਨੇ ਅਨੇਕ ਨੌਜਵਾਨ ਸ਼ਹੀਦ ਕਰਵਾਏ। ਇੱਕ ਜੈਨ ਖਾਨ ਨੇ ਅਕਲ ਦਾਸ ਨਾਲ ਮਿਲ ਕੇ ਅਬਦਾਲੀ ਵੱਲ ਸੁਨੇਹਾ ਭੇਜ ਦਿੱਤਾ। ਇੱਕ ਅਬਦਾਲੀ ਇਹਨਾਂ ਨਾਲ ਮੀਟਿੰਗ ਕਰਕੇ ਬਹੁਤ ਵੱਡੀ ਫੌਜ ਲੈ ਕੇ ਸਿੰਘਾਂ ਤੇ ਹਲਾ ਬੋਲਣ ਲਈ ਆ ਗਿਆ। ਇੱਕ ਸਿੱਖਾਂ ਦੇ ਨਾਲ ਔਰਤਾਂ ਬੱਚੇ ਤੇ ਬੁੱਢੇ ਵੀ ਸਨ, ਜਿਨ੍ਹਾਂ ਨੂੰ ਬੀਕਾਨੇਰ ਦੇ ਜੰਗਲਾਂ ਵਿੱਚ ਛੱਡਣ ਦਾ ਹੁਕਮ ਹੋਇਆ। ਇੱਕ ਖਾਲਸਾ ਪੰਥ ਦਰਿਆ ਸਤਲੁਜ ਪਾਰ ਕਰਕੇ ਜਗਰਾਓਂ, ਆਂਡਲੂ ਤੇ ਜੁੜਾਹਾਂ ਆਦਿ ਪਿੰਡਾਂ ਤੋਂ ਹੁੰਦੇ ਅਹਿਮਦਗੜ੍ਹ ਮੰਡੀ ਦੇ ਨੇੜੇ ਸ਼ਾਮ ਤੱਕ ਪਹੁੰਚ ਗਏ। ਇੱਕ ਰਾਤ ਕੱਟਣੀ ਸੀ। ਪਿੰਡ ਕੁੱਪ ਰੋਹੀੜੇ, ਜਿੱਥੇ ਬਹੁਤ ਸਾਰੇ ਸਰਕੜੇ ਦੇ ਦਰਖਤ ਤੇ ਕੇਸੂ ਦੇ ਬੂਟੇ ਸਨ, ਰਾਤ ਕੱਟਣ ਦਾ ਫੈਸਲਾ ਹੋ ਗਿਆ। ਇੱਕ ਮੁਖਬਰ ਸਤਲੁਜ ਤੋਂ ਹੀ ਵਹੀਰ ਦੇ ਪਿੱਛੇ ਲੱਗੇ ਹੋਏ ਸੀ। ਇੱਕ ਜੈਨ ਖਾਨ 2000 ਘੋੜ ਸਵਾਰ 3000 ਪੈਦਲ ਤੇ ਤੋਪਖਾਨਾ ਲੈ ਕੇ ਕੂਪ ਦੇ ਨੇੜੇ ਪਹੁੰਚ ਗਿਆ। ਮਲੇਰਕੋਟਲਾ ਦਾ ਨਵਾਬ ਵੀ ਆਪਣੀ ਫੌਜ ਲੈ ਕੇ ਪਹੁੰਚ ਗਿਆ। ਇੱਕ ਕੁਝ ਸਮੇਂ ਬਾਅਦ ਲੁਧਿਆਣੇ ਵੱਲ ਦੀ ਅਬਦਾਲੀ ਵੀ ਆਪਣੀ 50,000 ਫੌਜ ਨਾਲ ਜੰਡਾਲੀ ਨੇੜੇ ਆ ਗਿਆ। ਇੱਕ ਤਿਨੋਨ ਨੇ ਆਪਣੀਆਂ ਫੌਜਾਂ ਨੂੰ ਲੈ ਕੇ ਸਿੰਘਾਂ ਨੂੰ ਤਿੰਨੋਂ ਪਾਸਿਓਂ ਅਚਾਨਕ ਘੇਰ ਲਿਆ। ਇੱਕ ਸਿੰਘਾਂ ਨੂੰ ਅੰਦਾਜ਼ਾ ਸੀ ਕਿ ਅਬਦਾਲੀ ਦੀ ਫੌਜ ਪਹੁੰਚਣ ਨੂੰ 4 ਤੋਂ 5 ਦਿਨ ਲੱਗਣਗੇ। ਇੱਕ ਉਹ ਆਰਾਮ ਨਾਲ ਸੁੱਤੇ ਪਏ ਸੀ। ਇੱਕ ਜੋ ਸਿੱਖ ਪਹਿਰਾ ਦੇ ਰਹੇ ਸੀ, ਉਹਨਾਂ ਨੂੰ ਵੀ ਦੂਰੋਂ ਅਬਦਾਲੀ ਦੇ ਸਿਪਾਹੀਆਂ ਦੀ ਲਾਲ ਵਰਦੀ ਕੇਸੂਆਂ ਦੇ ਬੂਟਿਆਂ ਦੇ ਲਾਲ ਰੰਗ ਦੇ ਫੁੱਲਾਂ ਦਾ ਭੁਲੇਖਾ ਪਾ ਰਹੀ ਸੀ। ਇੱਕ ਸਵੇਰੇ 4 ਵਜੇ ਜਦ ਸਿੰਘ ਆਪਣੇ ਘੋੜਿਆਂ ਨੂੰ ਘਾਹ ਪੱਠਾ ਪਾ ਰਹੇ ਸੀ, ਅਬਦਾਲੀ ਨੇ ਅਚਾਨਕ ਕੂਪ ਨੂੰ ਘੇਰ ਕੇ ਹਮਲਾ ਕਰਨ ਦਾ ਹੁਕਮ ਦੇ ਦਿੱਤਾ। ਇੱਕ ਸਿੱਖ ਚਾਹੇ ਵੱਡੀ ਗਿਣਤੀ ਵਿੱਚ ਸਨ, ਪਰ ਉਹਨਾਂ ਨਾਲ ਬਹੁਤ ਸਾਰੇ ਬਿਰਧ, ਔਰਤਾਂ ਤੇ ਬੱਚੇ ਸਨ, ਜਿਨ੍ਹਾਂ ਦੀ ਰੱਖਿਆ ਦਾ ਭਾਰ ਉਹਨਾਂ ਦੇ ਜਿੰਮੇ ਸੀ। ਇਸ ਅਚਾਨਕ ਹਮਲੇ ਨਾਲ ਪਹਿਲ ਤਾਂ ਸਿੰਘਾਂ ਦਾ ਬਹੁਤ ਨੁਕਸਾਨ ਹੋਇਆ, ਪਰ ਜਲਦੀ ਹੀ ਉਹ ਸੰਭਲ ਗਏ। ਉਹ ਆਪਣੇ ਜਥੇਦਾਰਾਂ ਦੀ ਅਗਵਾਈ ਹੇਠਾਂ ਇੱਕ ਤੂਫਾਨ ਦੀ ਤਰ੍ਹਾਂ ਉੱਠੇ। ਜੋ ਵੀ ਹਥਿਆਰ ਸ਼ਸਤਰ ਹੱਥ ਵਿੱਚ ਆਇਆ, ਮੁਕਾਬਲੇ ਤੇ ਉਤਰ ਆਏ। ਇੱਕ ਜੱਸਾ ਸਿੰਘ ਅਹਲੂਵਾਲੀਆ, ਸਰਦਾਰ ਚੜ੍ਹਤ ਸਿੰਘ ਸ਼ੁਕਰਚਕੀਏ, ਸਰਦਾਰ ਰਾਮ ਸਿੰਘ, ਸਰਦਾਰ ਬਗੇਲ ਸਿੰਘ ਆਪ ਅੱਗੇ ਹੋ ਕੇ ਦੁਸ਼ਮਣ ਦੇ 94 ਜਵਾਨਾਂ ਨਾਲ ਟੱਕਰ ਲੈ ਰਹੇ ਸੀ। ਇੱਕ ਤੁਰ ਕੇ ਲੜੋ ਤੇ ਲੜ ਕੇ ਤੁਰੋ, ਤੇ ਜਿੱਥੇ ਵਹੀਰ ਉੱਪਰ ਹਮਲੇ ਹੋਣ ਦਾ ਖਤਰਾ ਹੋਵੇ ਉੱਥੇ ਅੜ ਕੇ ਟਾਕਰਾ ਕਰੋ। ਇੱਕ ਸਿੱਖਾਂ ਨੇ ਲੜਦੇ ਬਰਨਾਲੇ ਵੱਲ ਵਧਣਾ ਸ਼ੁਰੂ ਕਰ ਦਿੱਤਾ। ਇੱਕ ਵਹੀਰ ਬਚਾਉਣ ਦੀ ਖਾਤਰ ਜਦ ਚੜ੍ਹਤ ਸਿੰਘ ਨੇ ਜੱਸਾ ਸਿੰਘ ਨੂੰ ਸਲਾਹ ਦਿੱਤੀ ਕਿ ਮਿਸਲਾਂ ਆਪਣੇ ਝੰਡੇ ਹੇਠ ਟਾਕਰਾ ਕਰਨ, ਤਾਂ ਜੱਸਾ ਸਿੰਘ ਨੇ ਵਿੱਚੋਂ ਹੀ ਟੋਕ ਦਿੱਤਾ, ਇੱਕ ਮਿਸਲ ਵੰਡ ਅਬ ਕਭੂ ਨਾ ਪਵੋ, ਰਲ ਮਿਲ ਖੜ ਤੁਰ ਪੰਥ ਬਚਾਵੋ। ਜਿਤਨਾ ਸਿੱਖ ਵਹੀਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ, ਅਬਦਾਲੀ ਦਾ ਨਿਸ਼ਾਨ ਵਹੀਰ ਨੂੰ ਮਲੀਆਮੇਟ ਕਰਨ ਦਾ ਬਣ ਜਾਂਦਾ। ਇੱਕ ਵਾਰੀ ਉਹ ਵਹੀਰ ਨੂੰ ਸਿੱਖ ਫੌਜਾਂ ਤੋਂ ਅਲੱਗ ਕਰਨ ਵਿੱਚ ਸਫਲ ਵੀ ਹੋ ਗਿਆ। ਇੱਕ ਅਬਦਾਲੀ ਨੇ ਬੜੀ ਬੇਦਰਦੀ ਤੇ ਬੇਰਹਿਮੀ ਨਾਲ ਸਿੱਖ ਬੱਚਾ, ਬੁੱਢਾ, ਔਰਤ, ਮਰਦ ਜੋ ਵੀ ਹੱਥ ਆਇਆ ਕਤਲ ਕਰਵਾ ਦਿੱਤੇ। ਇੱਕ ਸਿੱਖ ਕਟਾਵੜੀ ਵਿੱਚ ਵੀ ਆਪਣੇ ਨਿਸ਼ਾਨੇ ਵੱਲ ਵੱਧਦੇ ਗਏ, ਚੱਲਦੇ ਗਏ, ਲੜਦੇ ਗਏ, ਜ਼ਖਮੀ ਤੇ ਸ਼ਹੀਦ ਹੁੰਦੇ ਗਏ, ਪਰ ਪੂਰੇ ਤਾਣ ਨਾਲ ਮੁਕਾਬਲਾ ਕਰਦੇ ਗਏ। ਇੱਕ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਦੇ ਲੜਨ ਦਾ ਢੰਗ ਦੇਖ ਕੇ ਹੱਕਾ ਬੱਕਾ ਰਹਿ ਗਿਆ। ਇੱਕ ਵੇਰੀਆਂ ਦੇ ਹੌਂਸਲੇ ਟੁੱਟ ਗਏ। ਇੱਕ ਜੈਨ ਖਾਨ ਤਾਂ ਦਿਨ ਚੜ੍ਹਨ ਤੋਂ ਪਹਿਲੇ ਹੀ ਆਪਣੇ ਨੌਜਵਾਨ ਮਰਵਾ ਕੇ ਸਰਹੰਦ ਵੱਲ ਚੱਲ ਪਿਆ। ਇੱਕ ਅਬਦਾਲੀ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਜਦ ਉਸ ਦੇ ਕਮਾਂਡਰ ਸਿੰਘਾਂ ਵੱਲੋਂ ਚੱਲ ਰਹੇ ਹਥਿਆਰਾਂ ਨੂੰ ਵੇਖ ਕੇ ਪਿੱਛੇ ਹਟ ਰਹੇ ਸੀ ਤੇ ਕੁਝ ਝਾੜੀਆਂ ਵਿੱਚ ਲੁਕ ਰਹੇ ਸੀ। ਇੱਕ ਸਿੰਘ ਪੱਛਮ ਵੱਲ ਪਿੰਡ ਤਲੇਰ ਚਨੇਰ ਵੱਲ ਵਧਣ ਲੱਗੇ ਤੇ ਕੁਤਬਾ ਬਾਮਣੀਆਂ ਪਿੰਡ ਦੀ ਜੂਹ ਤੱਕ ਚਲੇ ਗਏ। ਇੱਕ ਬਚੇ ਖੁਚੇ ਤੁਰਕ ਵਾਪਸ ਨਾ ਤੁਰੇ। ਇੱਕ ਸਿੱਖ ਜਿਸ ਬਹਾਦਰੀ ਨਾਲ ਲੜੇ ਉਹ ਬੇਮਿਸਾਲ ਹੈ। ਇੱਕ ਮਹਾਨ ਕੌਮੀ ਜਰਨੈਲ ਜੱਸਾ ਸਿੰਘ ਅਹਲੂਵਾਲੀਆ ਦੇ ਸਰੀਰ ਤੇ 22 ਜ਼ਖਮ ਸੀ ਤੇ ਚੜ੍ਹਤ ਸਿੰਘ ਸ਼ੁਕਰਚਕੀਆ ਦੇ ਜਿਸਮ ਤੇ 18। ਇੱਕ ਲੜਾਈ ਖਤਮ ਹੋਈ, ਸਾਰੇ ਸਿੰਘ ਇੱਕ ਥਾਂ ਇਕੱਠੇ ਹੋਏ, ਸ਼ਹੀਦਾਂ ਲਈ ਅਰਦਾਸਾਂ ਕੀਤੀਆਂ ਤੇ ਬਰਨਾਲੇ ਵੱਲ ਨੂੰ ਚੱਲ ਪਏ। ਇਸ ਲੜਾਈ ਵਿੱਚ 30 ਤੋਂ 35 ਹਜ਼ਾਰ ਸਿੱਖ ਸ਼ਹੀਦ ਹੋਏ, ਪਰ ਸਿੱਖਾਂ ਦੀ ਬਹਾਦਰੀ ਦਾ ਚਰਚਾ ਇਤਿਹਾਸ ਦਾ ਇੱਕ ਮੁੱਖ ਪੰਨਾ ਬਣ ਗਿਆ। ਇਹ ਘਟਨਾ ਸਿੱਖਾਂ ਵਾਸਤੇ ਇੱਕ ਕਰੜੀ ਸੱਟ ਸੀ, ਜਿਸ ਵਿੱਚ ਸਿੱਖਾਂ ਦੀ ਇੱਕ ਦਿਨ ਵਿੱਚ ਅੱਧੀ ਕੌਮ ਸ਼ਹੀਦ ਹੋ ਗਈ। ਪਰ ਫਿਰ ਵੀ ਉਹਨਾਂ ਦੇ ਹੌਸਲੇ ਬੁਲੰਦ ਰਹੇ। ਅਗਲੇ ਸਾਲ ਹੀ ਸਿੱਖਾਂ ਨੇ ਸਰਹੰਦ ਨੂੰ ਜਿੱਤ ਲਿਆ ਤੇ ਸਿੱਖਾਂ ਨੇ ਮੁਖਬਰਾਂ ਜੈਨ ਖਾਨ ਤੇ ਅਕਲ ਦਾਸ ਨੂੰ
ਮਾਰ ਮੁਕਾਇਆ। ਇੱਕ ਉਹਨਾਂ ਨੇ ਆਸ-ਪਾਸ ਮੁੜ ਮਲਾਨ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇੱਕ ਤਾਰੀਖੇ ਸੁਲਤਾਨ ਵਿੱਚ ਇੱਕ ਅਨੋਖੀ ਘਟਨਾ ਦਾ ਜ਼ਿਕਰ ਹੈ। ਇੱਕ ਵਾਰੀ ਅਹਿਮਦ ਸ਼ਾਹ ਅਬਦਾਲੀ ਸਤਲੁਜ ਤੇ ਪਾਰ ਕਿਲੇ ਵਿੱਚ ਬੈਠ ਕੇ ਹੁੱਕਾ ਪਈ ਰਿਹਾ ਸੀ। ਇੱਕ ਸਿੱਖ ਨੇ ਸਾਹਮਣੇ ਆ ਕੇ ਉਸ ਤੇ ਹਮਲਾ ਕਰ ਦਿੱਤਾ। ਭਾਵੇਂ ਉਹ ਸਿੱਖ ਕਿਸੇ ਪਹਿਰੇਦਾਰ ਦੇ ਤੀਰ ਨਾਲ ਮਾਰਿਆ ਗਿਆ, ਪਰ ਅਹਿਮਦ ਸ਼ਾਹ ਅਬਦਾਲੀ ਇਤਨਾ ਡਰ ਗਿਆ ਕਿ ਉਸਨੇ ਮੁੜ ਪੰਜਾਬ ਮੂੰਹ ਨਹੀਂ ਕੀਤਾ ਤੇ ਕਾਬਲ ਵਾਪਸ ਪਰਤ ਗਿਆ। ਉਸਨੂੰ ਇਹ ਅਹਿਸਾਸ ਹੋ ਗਿਆ ਕਿ ਸਿੱਖਾਂ ਨੂੰ ਖਤਮ ਕਰਨਾ ਉਸਦੇ ਵੱਸ ਵਿੱਚ ਨਹੀਂ। ਇਸ ਤੋਂ ਬਾਅਦ ਉਸਨੇ ਕਦੇ ਪੰਜਾਬ ਵੱਲ ਮੂੰਹ ਨਹੀਂ ਕੀਤਾ। ਸਿੱਖਾਂ ਦੀ ਤਾਕਤ ਦਿਨ ਬਦਿਨ ਵੱਧਦੀ ਗਈ ਤੇ ਉਹ ਦਿਨ ਆ ਗਿਆ ਜਿਸ ਦਿਨ ਮਹਾਰਾਜ ਰਣਜੀਤ ਸਿੰਘ ਨੇ ਇੱਕ ਮਜ਼ਬੂਤ ਖਾਲਸਾ ਰਾਜ ਦੀ ਲਾਹੌਰ ਵਿੱਚ ਸਥਾਪਨਾ ਕੀਤੀ, ਜੋ ਆਪਣੇ ਆਪ ਇੱਕ ਸਿੱਧ ਹੋਇਆ, ਜਿਸ ਵਿੱਚ ਹਰ ਕੌਮ ਦਾ ਹਰ ਆਦਮੀ ਖੁਸ਼ ਸੀ। ਕੋਈ ਭੁੱਖ, ਨੰਗਾ ਜਾਂ ਬੇਘਰ ਨਹੀਂ ਸੀ। ਕੋਈ ਚੋਰੀ ਚਕਾਰੀ ਜਾਂ ਜੁਰਮ ਨਹੀਂ ਸੀ ਹੁੰਦਾ। ਕਿਸੇ ਇੱਕ ਨੂੰ ਵੀ ਕਦੇ ਫਾਂਸੀ ਦੀ ਸਜ਼ਾ ਨਹੀਂ ਹੋਈ, ਜਿਸ ਨੂੰ ਸੁਨਹਿਰੀ ਰਾਜ ਕਿਹਾ ਜਾ ਸਕਦਾ ਹੈ।